गुरु गुरु जपी गुरु गुरु ध्याई जी की अरदास गुरु पै पाई शरण परे साचे गुरुदेव पूरन होई सेवक सेव जियो पिंड जो बन राखे प्राण कहु नानक गुर को कुर्बान जिन्हू बात निश्चल ध्रुव जानी ते जीव काल ते बचा तिन तरियो समुद्र रुद्र खिन एक में जल हर बिंब जुगत जग रचा कुंडलनी सुरझी सत्संगत परमानंद गुरु मुख मचा श्री गुरु साहिब सब ऊपर श्री गुरु साहिब सब ऊपर मन बच करम सेविये सचा अगम अगोचर सच साहिब मेरा नानक बोले बुलाया तेरा नानक बोले बुलाया तेरा गरीब नवाज सतगुरु सचे पातशाह जी की हजूरी दे जुड़ मिल के बैठी वडभागी साध संगत जी इस संगत दे गुणी जन कीर्तन दे धनीए रब्बी कीर्तन करन वाले सारे सज्जन पुरुष दास आप नूं कुछ कवे उस तो पहले सचे पातशाह जी दे दर घर दी चली आई मर्यादा अनुसार दोए हाथ जोड़ अदब सहित फतेह बुलाई सारे प्रवान करो जी। वाहिगुरु जी का खालसा वाहिगुरु जी की फतेह। श्री गुरु ग्रंथ साहब जी महाराज का गुरियाई पुरब आप मना रहे हो। चार अखर साडी दुनिया दे समझण जैसे हैं। एक किताब, एक पोथी, एक ग्रंथ ते चौथा है गुरु ग्रंथ साहब जी। शुरुआत हुई है किताब तो। पुछन फोल किताब नो हिंदू वड्डा के मुसलमान होई। अरब दे जदों सतगुरु गए सी तो एक बड़ी गजब की गल यह है, गुरु नानक सतगुरु जी पहली बार ही गए सी ते पहली बार ही लोगों को मिले सी ते वो अखीरली बार भी सी। पर मेरे बादशाह का असर इतना गजब का सी आप हैरान होवोगे। जदों गुरु नानक देव जी 250 साल बाद 200 साल बाद
ਉਸੇ ਹੀ ਇਲਾਕੇ ਦਾ, ਉਸੇ ਹੀ ਜਗ੍ਹਾ ਦਾ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਮਿਲਿਆ ਨਹੀਂ ਸੀ। ਉਸ ਦੇ ਪੜਦਾਦੇ ਮਿਲੇ ਸਨ, ਪਰ ਉਹ ਕੈਸੇ ਭਾਗਾਂ ਵਾਲੇ ਸਨ ਜਿਨ੍ਹਾਂ ਨੇ ਸਿੱਖੀ ਸਾਂਭ ਕੇ ਰੱਖੀ ਸੀ। ਅਨੰਦਪੁਰ ਸਾਹਿਬ ਤੋਂ ਜਦੋਂ ਹੁਕਮ ਗਿਆ ਸੀ, ਉਹ ਹੁਕਮ ਕੋਈ ਲਿਖਤ ਵਿੱਚ ਨਹੀਂ ਸੀ ਗਿਆ, ਜ਼ਬਾਨ ਜ਼ਬਾਨ ਗਿਆ ਸੀ। ਤੇ ਉਸ ਬੇਟ ਦਵਾਰਕਾ ਵੀ ਗਿਆ ਸੀ। ਬੇਟ ਦਵਾਰਕਾ ਦਾ ਭਾਗਾਂ ਵਾਲਾ ਭਾਈ ਮੋਕਮ ਚੰਦ 6-7 ਕਿਲੋਮੀਟਰ ਸਮੁੰਦਰ ਪਾਰ ਕਰਕੇ ਮੇਨਲੈਂਡ ਆਏ। ਪਹਾੜ, ਨਦੀਆਂ, ਨਾਲੇ, ਨਰਮਦਾ, ਜੰਗਲ ਸਭ ਪਾਰ ਕਰਦੇ ਹੋਏ ਮੋਕਮ ਚੰਦ ਅਨੰਦਪੁਰ ਸਾਹਿਬ ਪਹੁੰਚੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੰਗਾਰ ਪਾ ਕੇ ਕਿਹਾ ਸੀ, ਮੈਨੂੰ ਤੁਹਾਡਾ ਸੀਸ ਚਾਹੀਦਾ ਹੈ। ਉਹਨਾਂ ਦੇ ਚੋਂ ਉਹ ਭਾਗਾਂ ਵਾਲਾ ਵੀ ਸੀ ਮੋਕਮ ਚੰਦ, ਜਿਹੜਾ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਨਹੀਂ ਸੀ। ਉਸਦੇ ਪੜਦਾਦੇ ਮਿਲੇ ਸਨ, ਪਰ ਪੜਦਾਦੀਆਂ ਤੋਂ ਜਿਨ੍ਹਾਂ ਨੇ ਸਿੱਖੀ ਨੂੰ ਸਾਂਭ ਕੇ ਰੱਖਿਆ ਸੀ, ਉਹ ਕਿਹੋ ਜਿਹਾਂ ਦੇ ਆਦਮੀ ਹੋਣਗੇ, ਕਿਹੋ ਜਿਹਾਂ ਦਾ ਸੁਭਾਅ ਹੋਵੇਗਾ, ਕਿਹੋ ਜਿਹਾਂ ਦੀ ਉਹਨਾਂ ਦੀ ਕਮਿਟਮੈਂਟ ਹੋਵੇਗੀ, ਡੈਡੀਕੇਸ਼ਨ ਹੋਵੇਗੀ, ਕਿਤਨੇ ਉਹ ਟਿਕੇ ਹੋਏ, ਮਿਟੇ ਹੋਏ ਤੇ ਗੁਰੂ ਨਾਲ ਜੁੜੇ ਹੋਏ ਸਨ। ਇਹ ਆਪਣੇ ਆਪ ਦੇ ਵਿੱਚ ਇੱਕ ਕਮਾਲ ਹੈ। ਇਸ ਤੋਂ ਵੱਡਾ ਕੋਈ ਕਮਾਲ, ਇਸ ਤੋਂ ਵੱਡੀ ਕੋਈ ਕਰਾਮਾਤ ਹੋ ਹੀ ਨਹੀਂ ਸਕਦੀ ਜੋ ਭਾਈ ਮੋਕਮ ਸਿੰਘ ਜੀ ਨਾਲ ਸੀ। ਲੰਬੀ ਗੱਲ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਮੱਕੇ ਗਏ ਸਨ ਤਾਂ ਸਤਿਗੁਰੂ ਕੋਲੋਂ ਆਸਾ ਹੱਥ ਕਿਤਾਬ ਕੱਚ ਕੂਜ਼ਾ ਬਾਂਗ ਮੁਸੱਲਾ ਧਾਰੇ ਕਿਤਾਬ ਸੀ। ਇਹ ਕਿਹੜੀ ਕਿਤਾਬ ਸੀ ਜਿਸ ਨੂੰ ਸਾਰੇ ਮਿਲ ਕੇ ਕਹਿੰਦੇ ਨੇ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਸਾਡੇ ਸਾਹਮਣੇ ਇਹ ਜਿਹੜੀ ਕੱਚ 'ਚ ਕਿਤਾਬ ਰੱਖੀ ਹੋਈ ਹੈ ਨਾ, ਸਾਡੇ ਸਾਹਮਣੇ ਫਲੋਰ ਕੇ ਦੱਸੋ ਇਸ 'ਚ ਕੀ ਲਿਖਿਆ ਹੈ? ਹਿੰਦੂ ਵੱਡਾ ਹੈ ਜਾਂ ਮੁਸਲਮਾਨ ਵੱਡਾ ਹੈ? ਕਿਉਂਕਿ ਸ਼ੱਕ ਤਾਂ ਪੈ ਗਿਆ ਸੀ। ਤੇ ਸਤਿਗੁਰੂ ਨੇ ਕਿਹਾ ਸੀ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਇਹ ਕਿਤਾਬ ਕਿਹੜੀ ਸੀ? ਗੁਰੂ ਨਾਨਕ ਸਤਿਗੁਰੂ ਜਿੱਥੇ ਜਾਂਦੇ ਸਨ ਆਪਣੀ ਬਾਣੀ ਉਚਾਰਨ ਕਰਦੇ ਸਨ ਤੇ ਆਪ ਲਿਖਦੇ ਸਨ। ਆਪ ਨੂੰ ਇੱਕ ਚੀਜ਼ ਸਮਝ ਨਹੀਂ ਪਏਗੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਤਿਹਾਸਕ ਜੋ ਉਹਨਾਂ ਦਾ ਪਹਿਲੂ ਹੈ, ਜੇ ਅਸੀਂ ਨਹੀਂ ਸਮਝਾਂਗੇ ਤਾਂ ਸਾਨੂੰ ਪਤਾ ਨਹੀਂ ਚੱਲ ਸਕੇਗਾ ਅਸੀਂ ਕਿਸ ਗੁਰੂ ਨਾਲੇ ਜੁੜਨਾ ਹੈ। ਇਤਿਹਾਸਕ ਪਹਿਲੂ ਹੈ, ਰੂਹਾਨੀ ਪਹਿਲੂ ਹੈ। ਇਤਿਹਾਸਕ ਪਹਿਲੂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ। ਬਾਣੀ ਦੀ ਅੰਦਰਲੀ ਬਣਤਰ ਵੀ ਸਾਨੂੰ ਬੜਾ ਕੁਝ ਇਸ਼ਾਰਾ ਦਿੰਦੀ ਹੈ। ਉਹ ਕਿਹੜੀ ਕਿਤਾਬ ਸੀ ਜਿਹਨੂੰ ਕੱਚ 'ਚ ਲੈ ਕੇ ਸਤਿਗੁਰੂ ਚੱਲਦੇ ਸਨ? ਜਿੱਥੇ ਜਾਂਦੇ ਸਨ ਉੱਥੇ ਬਾਣੀ ਉਚਾਰਨ ਕਰਦੇ ਸਨ ਤੇ ਆਪ ਲਿਖ ਲੈਂਦੇ ਸਨ। ਹੁਣ ਇਸ ਨੂੰ ਬੜੇ ਗੰਭੀਰਤਾ ਨਾਲੇ ਸੁਣਨਾ ਤੁਸੀਂ। ਆਪ ਬਾਣੀ ਦਾ ਪਾਠ ਕਰਦੇ ਹੋ ਨਾ, ਇਸ ਦੇ ਵਿੱਚ ਇੱਕ ਇੱਕ ਬਚਨ ਦੇ ਨਾਲ ਦੋ ਦੋ ਲਗਾਵਾਂ ਹਨ, ਦੋ ਦੋ ਮਾਤਰਾ ਹਨ। ਜਿਸ ਤਰ੍ਹਾਂ ਗੋਬਿੰਦ ਦੇ ਗੱਗੇ ਦੇ ਉੱਪਰ ਹੋੜਾ ਵੀ ਹੈ ਤੇ ਗੱਗੇ ਦੇ ਥੱਲੇ ਔਂਕੜ ਵੀ ਹੈ। ਬੋਲਣ ਹੀ ਤਾਂ ਇੱਕੋ ਹੋਵੇਗਾ, ਜਾਂ ਗੋਬਿੰਦ ਬੋਲਿਆ ਜਾਏਗਾ ਜਾਂ ਗੋਬਿੰਦ ਬੋਲਿਆ ਜਾਏਗਾ। ਪਰ ਫਿਰ ਇਹ ਦੋ ਕਿਉਂ ਲਿਖੇ? ਬੜਿਆਂ ਨੂੰ ਜਦੋਂ ਪਤਾ ਨਹੀਂ ਚੱਲਦਾ ਉਹ ਕਹਿੰਦੇ ਨੇ ਸ਼ਾਇਦ ਪ੍ਰੈਸ ਦੀ ਮਿਸਟੇਕ ਹੋਵੇਗੀ, ਲਿਖਤ ਵਿੱਚ ਕੋਈ ਇਸ ਤਰ੍ਹਾਂ ਦਾ ਆ ਗਿਆ ਹੋਵੇਗਾ। ਨਹੀਂ, ਇਹ ਸਤਿਗੁਰੂ ਜੀ ਨੇ ਸਾਨੂੰ ਸਿਖਾਇਆ ਹੈ, ਦੱਸਿਆ ਹੈ। ਜਿਹੜੇ ਲੋਕੀ ਕਹਿੰਦੇ ਸੀ ਸਤਿਗੁਰੂ ਬਾਣੀ ਉਚਾਰਨ ਕਰਦੇ ਸੀ ਤੇ ਦੂਜਾ ਤੀਜਾ ਕੋਈ ਲਿਖਦਾ ਸੀ, ਗਲਤ ਹੈ। ਸਤਿਗੁਰੂ ਆਪ ਲਿਖਦੇ ਸੀ, ਆਪ ਹੀ ਉਚਾਰਨ ਕਰਦੇ ਸੀ। ਮਰਦਾਨਾ ਜੀ ਨੂੰ ਇੱਕੋ ਗੱਲ ਕਹਿੰਦੇ ਸੀ, ਮਰਦਾਨਿਆਂ ਰਬਾਬ ਛੇੜ। ਕਿਧਰੇ ਵੀ ਇਹ ਜ਼ਿਕਰ ਨਹੀਂ ਆਉਂਦਾ ਮਰਦਾਨਿਆਂ ਰਬਾਬ ਵਜਾ। ਵਜਾਣਾ ਤੇ ਛੇੜਨੇ ਦੇ ਚ ਫਰਕ ਹੈ।
ਛੇੜਦਾ ਉਹ ਹੈ ਜਿਸ ਦੇ ਅੰਦਰ ਕੁਝ ਛਿੜਿਆ ਹੋਇਆ ਹੈ। ਵਜਾਉਂਦਾ ਤਾਂ ਕੋਈ ਵੀ ਸਿਖੰਤਰੀ ਜਿਹੜਾ ਹੈ ਨਾ ਉਹ ਵਜਾ ਸਕਦਾ ਹੈ, ਕੋਈ ਵਜਾ ਸਕਦਾ ਹੈ। ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਾ ਪਾਤਸ਼ਾਹ ਕਹਿੰਦੇ ਸੀ ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ। ਫਿਰ ਬਾਣੀ ਉਚਾਰਨ ਕਰਦੇ ਸੀ, ਆਪ ਲਿਖਦੇ ਸੀ। ਦੁਨੀਆ ਦੇ 'ਚ ਇੱਕ ਕਮਾਲ ਇਹ ਹੈ, ਜਿਤਨੇ ਵੀ ਧਰਮ ਹਨ ਉਹਨਾਂ ਦੇ ਕੇਂਦਰ ਦੇ 'ਚ ਉਹਨਾਂ ਦਾ ਗ੍ਰੰਥ ਹੈ। ਜੇ ਗ੍ਰੰਥ ਨਾ ਹੋਵੇ ਤਾਂ ਧਰਮ ਦਾ ਪਤਾ ਹੀ ਨਹੀਂ ਚੱਲੇਗਾ। ਮੈਂ ਆਪ ਨੂੰ ਇਹ ਕਹਿਣਾ ਚਾਹਨਾ, ਜੇ ਬਾਈਬਲ ਨਾ ਹੋਵੇ ਤਾਂ ਕ੍ਰਿਸਚੈਨਿਟੀ ਨੂੰ ਕਿਸ ਤਰ੍ਹਾਂ ਸਮਝਾਂਗੇ? ਬਾਈਬਲ ਕੇਂਦਰ ਹੈ। ਜੇ ਗੀਤਾ ਰਾਮਾਇਣ ਨਾ ਹੋਵੇ, ਉਪਨਿਸ਼ਦ ਨਾ ਹੋਣ, ਵੇਦ ਨਾ ਹੋਣ ਤਾਂ ਹਿੰਦੂ ਧਰਮ ਕੀ ਹੈ? ਕਿਸ ਤਰ੍ਹਾਂ ਸਮਝਾਂਗੇ? ਜੇ ਕੁਰਾਨ ਸ਼ਰੀਫ ਨਾ ਹੋਵੇ ਤਾਂ ਇਸਲਾਮ ਕੀ ਹੈ? ਕਿਸ ਤਰ੍ਹਾਂ ਸਮਝਾਂਗੇ? ਜੇ ਧੰਮਪਦ ਨਾ ਹੋਵੇ ਤਾਂ ਬੁੱਧ ਧਰਮ ਕੀ ਹੈ? ਕਿਸ ਤਰ੍ਹਾਂ ਸਮਝਾਂਗੇ? ਪਰ ਤੁਸੀਂ ਹੈਰਾਨ ਹੋਵੋਗੇ, ਸਿਰਫ ਹੈਰਾਨ ਹੀ ਨਹੀਂ, ਮਾਣ ਵੀ ਕਰਨਾ ਚਾਹੀਦਾ ਹੈ। ਇਹ ਜਿਤਨੇ ਵੀ ਧਰਮ ਹਨ ਤੇ ਇਹਨਾਂ ਦੇ ਜਿਹੜੇ ਧਰਮ ਗ੍ਰੰਥ ਹਨ, ਜਿਨ੍ਹਾਂ ਦੇ ਨਾਂ ਉੱਤੇ ਹਨ, ਉਹਨਾਂ ਨੇ ਆਪਣੇ ਧਰਮ ਗ੍ਰੰਥ ਦਾ ਇੱਕ ਵੀ ਅੱਖਰ ਆਪ ਨਹੀਂ ਲਿਖਿਆ। जीसस क्राइस्ट ने बाइबल नहीं लिखे। इतिहास का यह पहलू गुरु ग्रंथ साहब जी महाराज के बारे समझना बहुत जरूरी है। जीसस क्राइस्ट ने बाइबल का एक भी अखर नहीं लिखिया। यह जिहड़ा यरूशलम दे च लड़ाई हो रही है ना हुण इजराइल दे च, मुख रूप दे च जिहड़ा यरूशलम है ना, वो 3 मजहबां दा केंद्र है। इत्थों इस्लाम भी निकलिया, इत्थों यहूदी पहले सन, इत्थों ही क्रिश्चियनिटी निकली। यहूदी पहले सन, फिर यहूदियां तो 2 हिस्से होए, इस्लाम ते क्रिश्चियनिटी, ईसाईयत। झगड़ा उसे चीज़ का है उत्थों का। पर गजब की गल यह है, ਜਦੋਂ जीसस क्राइस्ट ने लोगों के अंदर प्रचार करना शुरू किया, 30 सालों की उम्र दे आउंदे आउंदे 3 साल हो गए। जिहड़ा इजराइल का बादशाह सी पायलट, वो वेखदा सी भी लोगों नूं विगाड़ रहा है, लुक गए। इस दे नाल इसदे 13 चेले सन। ते जीसस क्राइस्ट ने अपने 13 चेलियां दे पासे उंगल करके कहा, तुहाडे चों एक मैनू पकड़वाएगा ते जेड़े बाकी दे 12 हैं वो गवाही दे के मेरी मौत दा कारण बनणगे। ते तुसी हैरान होवोगे, जदों पायलट आया तो पुछया, मरियम ते जोसफ दा बेटा कौन है? कौन है जीसस? जीसस अजे क्राइस्ट नहीं सी बनया, क्रूसीफाइड होया सी तां क्राइस्ट बनया सी। सूली ते लटकिया सी तां ओ क्राइस्ट बनया सी। जुडास नां दे चेले ने कहा, ऐ जिहड़ा है ना साडे ये जीसस है, मरियम ते जोसफ दा बेटा है। ये जेड़े 12 सन उन्हां कोल पुछया, तुसी गवाही देंदे हो? ते चुप कर गए। चुप्पी वड्डी गवाही हो गई। इस वास्ते ईसाईयत दे 13 नंबर मनहूस मन्निया जाता है। 12 तो बाद सीधा 14 ते चाहते ने, 13 करते ही नहीं हैं, क्योंकि 13 ने ही पकड़वाया सी। ये वहम है उन्होंने दे अंदर। जदों पकड़ लिया, जीसस क्राइस्ट नूं क्रूसीफाइड किया, यानी कि सूली ते लटका दिता। मेखां ठोकियां पैरां दे, हत्थां दे, एक लंबा जिहा लकड़ी दा भारी जी फट्टा बनाया, उसके 3 सुराख किए, एक गर्दन पा लई,
ਦੂਜੇ ਦੇ 'ਚ ਹੱਥ ਲਟਕਾ ਲੈ ਆਉਂ ਲੰਬੇ ਕਰ ਲੈ, ਤੋ ਤੁਸੀਂ ਵੇਖਦੇ ਹੋ ਕ੍ਰੋਸ ਜਿਹੜਾ ਹੈ ਉਹ ਇਸੇ ਤਰ੍ਹਾਂ ਦਾ ਹੈ। ਜਦੋਂ ਪਕੜਾਤਾ, ਕ੍ਰੂਸੀਫਾਈਡ ਹੋ ਗਿਆ, ਤੇ ਜਿਸ ਨੇ ਪਕੜਵਾਇਆ ਸੀ ਜੂਡਾਸ ਉਸ ਦਾ ਨਾਂ ਸੀ, ਉਸ ਦੇ ਅੰਦਰ ਅਪਰਾਧ ਭਾਵ ਗਿਲਟੀ ਬਣੇ। ਜੇ ਮੈਂ ਗਵਾਹੀ ਨਾ ਦਿੰਦਾ, ਮੈਂ ਨਾ ਕਹਿੰਦਾ, ਤਾਂ ਦੇਖੋ ਜੀ ਇੱਕ ਸਾਡਾ ਹੀ ਆਦਮੀ ਜਿਹੜਾ ਹੈ ਉਸ ਦੇ ਹੱਥਾਂ ਪੈਰਾਂ ਦੇ 'ਚ ਮੇਖਾਂ ਠੋਕੀਆਂ ਜਾ ਰਹੀਆਂ ਨੇ, ਖੂਨ ਵਗ ਰਿਹਾ ਹੈ, ਤਾਂ ਉਸ ਦੇ ਅੰਦਰ ਗਿਲਟੀ ਬਣੇ, ਅਪਰਾਧ ਭਾਵ ਬਣਿਆ। ਅਪਰਾਧ ਭਾਵ ਬਣਿਆ ਤੇ ਲੋਕਾਂ ਕੋਲੋਂ ਆਪਣੇ ਆਪ ਨੂੰ ਲੁਕਾਉਣ ਲਈ, ਬਚਾਉਣ ਲਈ ਉਸਨੇ ਪਹਿਲੇ ਆਪਣਾ ਨਾਮ ਬਦਲਿਆ, ਨਾ ਪਾਇਆ ਸੈਂਟ ਸੋਲ। ਸੈਂਟ ਸੋਲ ਪ੍ਰਚਲਿਤ ਨਾ ਹੋਇਆ। ਫਿਰ ਇਹ ਯਰੂਸ਼ਲਮ ਤੋਂ ਚਲਾ ਗਿਆ ਰੋਮ ਦੇ ਵਿੱਚ। ਰੋਮ ਦੇ ਵਿੱਚ ਇਸਨੇ ਆਪਣਾ ਨਾਮ ਬਦਲ ਦਿੱਤਾ, ਉਹ ਨਾ ਪਾਇਆ ਸੈਂਟ ਪੋਲ। ਜੂਡਾਸ, ਸੈਂਟ ਸੋਲ, ਸੈਂਟ ਪੋਲ। ਪੋਲ ਬਣ ਕੇ ਫਿਰ ਇਸਨੇ ਕਿਹਾ ਮੈਨੂੰ ਜੀਸਸ ਨੇ ਇਹ ਕਿਹਾ, ਇਹ ਕਿਹਾ, ਇਹ ਕਿਹਾ। ਫਿਰ ਉਹ ਲਿਖਿਤ ਵਿੱਚ ਆ ਗਿਆ, ਯਾਨੀ ਕਿ ਜੀਸਸ ਦੇ ਚੋਲਾ ਛੋੜਨ ਤੋਂ ਬਹੁਤ ਦੇਰ ਬਾਅਦ ਉਸ ਦੇ ਚੇਲੇ ਨੇ ਲਿਖਿਆ ਬਾਈਬਲ। ਬਾਈਬਲ ਦਾ ਇੱਕ ਵੀ ਅੱਖਰ ਜੀਸਸ ਕ੍ਰਾਈਸਟ ਨੇ ਆਪ ਨਹੀਂ ਲਿਖਿਆ। ਕੁਰਾਨ ਸ਼ਰੀਫ ਦਾ ਇੱਕ ਵੀ ਅੱਖਰ ਹਜ਼ਰਤ ਮੁਹੰਮਦ ਸਾਹਿਬ ਨੇ ਆਪ ਨਹੀਂ ਲਿਖਿਆ। ਉਹ ਕਹਿੰਦੇ ਸੀ ਮੈਨੂੰ ਇਲਹਾਮ ਹੋ ਰਿਹਾ ਹੈ, ਤੇ ਜਿਹੜੀ ਉਹਨਾਂ ਦੀ ਪਹਿਲੀ ਪਤਨੀ ਸੀ ਉਸਨੇ ਲਿਖਣਾ ਸ਼ੁਰੂ ਕਰ ਦਿੱਤਾ, ਲੇਕਿਨ ਆਪ ਨਹੀਂ ਲਿਖਿਆ। ਉਸ ਦੇ 'ਚ ਵੀ ਬੜੀ ਤਬਦੀਲੀ ਆਉਂਦੀ ਗਈ। ਜਿਹੜਾ ਬਾਈਬਲ ਹੈ ਉਸ ਦੇ 'ਚ ਵੀ ਬੜੀ ਤਬਦੀਲੀ ਆਉਂਦੀ ਗਈ। ਤੀਜਾ ਵੱਡਾ ਧਰਮ ਤੁਸੀਂ ਵੇਖੋਗੇ ਉਹ ਹੈ ਹਿੰਦੂਆਂ ਦਾ। ਤੇ ਆਪ ਪੜ੍ਹਦੇ ਹੋ, ਸੁਣਦੇ ਹੋ, ਜਦੋਂ ਲੜਾਈ ਹੋਈ ਸੀ ਕੁਰੂਕਸ਼ੇਤਰ ਦੇ ਵਿੱਚ, ਕੁਰੂਕਸ਼ੇਤਰ ਦੇ ਵਿੱਚ ਉੱਥੇ ਵੇਖਿਆ ਜਾਏ ਤਾਂ ਕ੍ਰਿਸ਼ਨ ਤੇ ਅਰਜਨ ਸੰਵਾਦ ਹਨ। ਦਿੱਲੀ ਬੈਠਾ ਹੋਇਆ ਸੰਜੇ ਨਾਂ ਦਾ ਆਦਮੀ ਅੰਨੇ ਧਤਰਾਸ ਨੂੰ ਸੁਣਾ ਰਿਹਾ, ਤੇ ਪੰਜਵਾਂ ਆਦਮੀ ਲਿਖ ਰਿਹਾ ਹੈ ਗੀਤਾ। ਹੁਣ ਤੁਸੀਂ ਆਪ ਅੰਦਾਜ਼ਾ ਲਾਓ, ਪੰਜਵਾਂ ਆਦਮੀ ਕੋਈ ਲਿਖਦਾ ਹੋਵੇ, ਦੋ ਆਦਮੀਆਂ ਦੇ ਵਿੱਚ ਘਟਨਾ ਹੋਵੇ, ਵਿਚਾਰ ਹੋਵੇ, ਸਵਾਲ ਜਵਾਬ ਹੋਵੇ, ਅੰਨੇ ਨੂੰ ਕੋਈ ਆਦਮੀ ਇੱਥੇ ਸੁਣਾਏ ਦਿੱਲੀ ਬੈਠੇ ਹੋਏ ਨੂੰ, ਤੇ ਲਿਖਣ ਵਾਲਾ ਪੰਜਵਾਂ ਹੋਵੇ, ਤਾਂ ਫਿਰ ਇੱਕ ਗਜ਼ਬ ਦੀ ਗੱਲ ਹੈ, ਕਈ ਚੀਜ਼ਾਂ ਵੱਧ ਜਾਂਦੀਆਂ ਨੇ, ਕਈ ਚੀਜ਼ਾਂ ਘਟ ਜਾਂਦੀਆਂ ਨੇ। ਕਿ ਪੰਜਵਾਂ ਆਦਮੀ ਲਿਖੇਗਾ ਤਾਂ ਉਸ ਦੇ ਫਰਕ ਤਾਂ ਪਏਗਾ। ਤਾਂ ਤੁਸੀਂ ਹੈਰਾਨ ਹੋਵੋਗੇ, ਲੰਬੀ ਗੱਲ ਨਾ ਕਰਾਂ, ਗੀਤਾ ਦਾ ਇੱਕ ਵੀ ਅੱਖਰ ਸ਼੍ਰੀ ਕ੍ਰਿਸ਼ਨ ਜੀ ਨੇ ਆਪ ਨਹੀਂ ਲਿਖਿਆ। ਰਾਮਾਇਣ ਦਾ ਇੱਕ ਵੀ ਅੱਖਰ ਸ਼੍ਰੀ ਰਾਮ ਜੀ ਨੇ ਆਪ ਨਹੀਂ ਲਿਖਿਆ। ਪਹਿਲੇ ਵਾਲਮੀਕੀ ਨੇ ਲਿਖਿਆ, ਫਿਰ ਜਿਹੜੀ ਪ੍ਰਚਲਿਤ ਹੋਈ ਉਹ ਸੀ ਰਾਮਚਰਿਤ ਮਾਨਸ ਤੁਲਸੀ ਦੇ। ਇੱਕ ਵੀ ਅੱਖਰ ਨਹੀਂ ਲਿਖਿਆ। ਦੁਨੀਆ ਦਾ ਚੌਥਾ ਵੱਡਾ ਧਰਮ ਹੈ ਉਹ ਹੈ ਬੁੱਧ ਧਰਮ। ਮਹਾਤਮਾ ਬੁੱਧ ਨੇ ਵੀ ਆਪਣੇ ਗ੍ਰੰਥ ਦਾ ਇੱਕ ਵੀ ਅੱਖਰ ਆਪ ਨਹੀਂ ਲਿਖਿਆ। ਤੇ ਕਥਾ ਬੜੀ ਪਿਆਰੀ ਹੈ। 40,000 ਭਿਕਸ਼ੂ ਉਸ ਦੇ ਨਾਲ ਚੱਲਦੇ ਸੀ। ਇੱਕ ਬਹੁਤ ਗਰੀਬੜੇ ਆਦਮੀ ਜਿਸ ਦਾ ਨਾਂ ਸੁਦਾਸ ਸੀ, ਇੱਕ ਛੱਪੜ ਦੇ ਕੰਢੇ ਰਹਿੰਦਾ ਸੀ। ਜੰਗਲਾਂ ਦੇ ਵਿੱਚੋਂ ਹੀ ਚੀਜ਼ਾਂ ਤੋੜ ਤਾੜ ਕੇ ਲਿਆਉਂਦਾ ਸੀ ਤੇ ਉਹੀ ਰਿੰਨ ਕੇ ਖਾ ਜਾਂਦਾ ਸੀ। ਕੁਛ ਪੈਸਾ ਨਹੀਂ ਸੀ, ਕੁਛ ਨਹੀਂ ਸੀ। ਬੁੱਧ ਦੇ ਉੱਤੇ ਸ਼ਰਧਾ ਆਈ ਤੇ ਬੁੱਧ ਨੂੰ ਕਿਹਾ, ਭਗਵਾਨ ਮੇਰਾ ਮਨ ਕਰਦਾ ਮੈਂ ਤੁਹਾਨੂੰ ਆਪਣੇ ਘਰ ਬੁਲਾ ਕੇ ਭੋਜਨ ਕਰਵਾਵਾਂ, ਪਰ 40,000 ਤੁਹਾਡੇ ਨਾਲ ਆਦਮੀ ਹਨ, ਇਤਨੀ ਮੇਰੀ ਹੈਸੀਅਤ ਨਹੀਂ ਤੇ ਬੈਠਣ ਦੀ ਜਗ੍ਹਾ ਨਹੀਂ, ਮੈਂ ਆਪ ਝੁੱਗੀ ਦੇ ਚ ਰਹਿਣਾ। ਕਿ ਐਸਾ ਹੋ ਸਕਦਾ ਜੋ ਇਕੱਲੇ ਤੁਸੀਂ ਆਓ? ਬੁੱਧ ਜੀ ਨੇ ਉਸ ਦੀ ਭਾਵਨਾ ਨੂੰ ਵੇਖ ਕੇ ਕਹਿਤਾ, ਠੀਕ ਹੈ ਮੈਂ ਇਕੱਲਾ ਹੀ ਆਵਾਂਗਾ। ਜਿਹੜੇ ਜੰਗਲ ਦੇ ਖੁੰਬਾਂ ਹੁੰਦੀਆਂ ਨੇ, ਵਾਈਲਡ ਮਸ਼ਰੂਮਸ, ਉਸ ਵਿੱਚ ਕਈ ਜ਼ਹਿਰੀਲੀਆਂ ਹੁੰਦੀਆਂ ਨੇ। ਸੁਦਾਸ ਨੇ ਉਹ ਰਿੰਨਿਆ
बुद्ध नूं पत्ते दे उत्ते खवाया। खांदे खांदे बुद्ध जी नूं पता चल गया ये जहरीलियां हैं। खांदे खांदे पता चल गया मेरे पैर मरदे जा रहे ने, जहर पेट तक आ गई है। उन्होंने पता ना चले, इस वास्ते कहन लगे सुदास बड़ा स्वाद नाले तू भोजन बनाया, होर दे होर दे। वो खुश हो के पाई जाए, बुद्ध खाई जान। खा के जदों लेट गए तो एक गल कही, जा सुदास मेरे जेड़े 5 चेले हैं ना उन्होंने चो मुखी है आनंद, उन्होंने बुला के लिया, देर ना कर। गया भजदा होया, आनंद ते 4 होर ले आया ते बुद्ध लेटे हुए सन। आनंद नूं कहंदे ने जो उसके चाचे दा लड़का सी, कहन लगे सुन मेरी मां दा अधूरा कम जेड़ा सी ना इन्हें पूरा किया है। जिंदगी दा पहला जेड़ा हिस्सा है वो है जन्म, ते जन्म हो जाता है, मौत ने होना है, जो कोई टाल नहीं सकता। मां अधूरा काम कर दी है, जन्म देंदी है, लेकिन अखीरला वो इन्हें किया है। मेरे मां दा अधूरा कम सुदास ने किया, इनू कुछ ना कहना, बहाना बनाया है इस दुनिया तो रुखसत होने का, ते मैं जा रहा। वो सारे रो पे, असी तुहानू कहंदे सां कुछ लिख लईए, कुछ लिख लईए, तुसी लिखवांदे नहीं सो। अजे इतनी गल हो ही रही सी, बुद्ध जी ने अपना चोला छोड़ दिता, श्वास छुट गए। फिर बाद दे च आनंद ने जाके लोकां नू कहा, इस वक्त बुद्ध ने मैनू ये कहा सी, ये कहा सी, ये कहा सी। चिरी बाद लिखिया, चिरी बाद। दुनिया का इको एक धर्म ग्रंथ है, वो हैं सतगुरु गुरु ग्रंथ साहब जी महाराज, जिसनों गुरु पातशाह ने लिखिया भी आप ते उचारण भी आप किया, ते उसका वड्डा सबूत ये है कदी भुलेखा ना खाना। जेड़े एक एक बचन दे उत्ते 2 लगावन, वो सतगुरु ने इस वास्ते लिखिया ने ताकि उचारण भी मैं आप कर रहा, लिख भी मैं रहा। गोबिंद दे उत्ते गग्गे दे उत्ते 2 मात्रावां हैं, होड़ा भी है, औंकुड़ भी है। बोलने तो एक होगा, या गोबिंद बोलिया जाएगा या गोबिंद बोलिया जाएगा। 2 क्यों? 2 इस वास्ते हैं ताकि मैं ये रचना, ये बाणी आप उचारण भी कर रहा, लिख भी रहा। मर्दाना जी सिर्फ ते सिर्फ रबाब वजाते से, पर कईयां ने बड़ा डैमेज किया है। तुसी बड़े गुणी कीर्तनीय बैठे हुए हो। मैं सत्कारयोग ज्ञानी दयाल सिंह जी नूं भी बेनती की सी एक बारी, तुसी लाओ अंदाजा, दिती बांग नमाज कर सुन्न समान होआ जहाना। वो रिदम, वो सुर, वो सरगम, वो की सी? राग तो वही है, पर 2 आदमियों ने गुरु नानक सतगुरु सच्चे पातशाह दे वक़्त दे रागां दे ठाठ की सन अज असी नहीं जानते, पर जेड़े ठाठ असी इस्तेमाल करते हैं वो 2 आदमियों के प्रचलित किए हुए हैं, एक विष्णु दिगंबर ते एक पातखंडे। पातखंडे लखनऊ का है, विष्णु दिगंबर पुणे का है, बंबे का है। इन्हां ने गुरु नानक सतगुरु जी दे रागां दी पद्धति जेड़ी है वो बदल दी है, ठाठ बदल दिते ने। वो केड़ा ठाठ होवेगा सोरठ दा जेड़ा गुरु नानक सतगुरु जी गांदे सन? सूही दा केड़ा ठाठ होवेगा जेड़ा सतगुरु गाउंदे सन? ते इस तरह दी आवाज कड्डी जो दिती बांग नमाज कर सुन समान होआ जहाना। सब सुन मुन नगरी पई, देख पीर पया हैरान। सब सुन मुन हो जाते सन। वो ठाठ केड़ा सी? मैं आप जी की सेवा दे च बेनती करा, मैं रागी नहीं हाँ, मैनू नहीं पता ना सुर दा ना ताल दा कुछ भी, पर मैं बड़े चंगे चंगे गवैये सुनदा पाई,
कंवरपाल सिंह जी, गुरमेल सिंह जी, होर भी हैं मेरे सामने बैठे हुए हैं, विदेशों दे भी सुनता रहना मैं, बड़े चंगे हैं। तो एक गल ये भी कहनी चाहवागा, गुरु के कीर्तनियां नूं कोई निंदे ना, ये ना कवे जो रक्षा चला लो, हुण आप रक्षे चलाने की मनोबत ही नहीं है। ये हर वक्त बाणी नाल जुड़े आउंदे ने, हर वक्त इस नाल जुड़े, इन्हां नाले कोई खैबल ना करे, कोई पंगा ना लवे, फिर रक्षे चलाण जोगे नहीं रहणगे, उन्हां नूं तां कह देणगे। पर ये बड़े कीमती पुरख हैं, बड़े कीमती, साडी कौम दे सरमाया हैं। मैं आपनूं बेनती करा, ये जिहड़ा ठाठ है ना वो जीन्स है। तुसीं एक अखर सुनते होवोगे, मिक्स ब्रीड, वरण संकर, इसका जिक्र गीता दे च भी आया है, पहले पहले अध्याय दे च आया है। जदों कृष्ण जी कहते ने अर्जन तू मार दे, परवाह ना कर, अर्जन कहता है भगवान मेरा दादा खड़ा होया भीष्म पितामह, मेरा गुरु खड़ा होया है द्रोणाचार्य, कृपाचार्य, होर सब खड़े हुए, मैं किसनों मारा, ये चंगा नहीं लगता। ते बुद्ध ए कहते ने, श्री कृष्ण कहते ने अर्जन तू ये सारिया गल्लां छोड़, तू भजना चाहना है, तू भजन दी इरादा छोड़, मार दे इन्हों। तो फिर अर्जन एक गल कहता है, जिहड़ा गीता पढ़ो ना पहले अध्याय दे च है, ये अखर भी है उत्थे। अर्जन कहता है भगवान सारे मर्द कट्ठे होए हुए हैं, लड़ाइयां दे सिर्फ मर्द ही मरदे ने, जनानियां तो मरदियां नहीं, फिर जनानियां कित्थे जाणगियां। फिर समाज दे च जिहड़ा है वो विभचार शुरू होंदा है, ते जदों विभचार शुरू हो जाए तो जिहड़ी औलाद होंदी है वो वरण संकर होंदी है, मिक्स ब्रीड होंदी है। ये गीता दे लिखिया होया है। सच जानना सिर्फ जानवरां दे च ही मिक्स ब्रीड नहीं होंदा, मनुखां दे च ही नहीं होंदा, सिद्धांतां दे च भी होंदा है। भात खंडे ते विष्णु दिगंबर ने वो केड़े ठाठ बनाए, जो गुरु नानक देव जी महाराज दी वो राग तो उसे तरह हैं, सोरठ सूही श्री राग सारे वही हैं, माज भी वही है, लेकिन इसके ठाठ केड़े हैं, वो विष्णु दिगंबर ते भात खंडे दे बनाए हुए हैं। साडे विद्वानां नूं, मेरी लाइन नहीं है, मैं तो विचार दे रहा, साडे विद्वानां नूं इस उत्ते बड़ा सोचना चाहिए है। वो ठाठ जिहड़े गुरु नानक सतगुरु जी गाउंदे सन वो किहड़े सन, ये पता करना चाहिए है। हो सकता है मिल सकन तो सतगुरु गुरु नानक देव जी महाराज आप बाणी उचारण करते सी, आप लिखते सी, उसका नाम सी किताब। फिर सचा पातशाह जदों गुरु अंगद देव जी महाराज नूं गुरियाई दिती तां अपनी बाणी ते जिथे जिथे जांदे सन भगतां दी बाणी, वो सारी कट्ठी बाणी गुरु अंगद देव जी महाराज नूं दे दिते। गुरु अंगद देव जी महाराज ने भी इस दे अंदर इतिहासक सबूत छोड़े ने, कहंदे ने मेरा खसम मैनू अपनी बाणी दे गया। ए जिहड़े लोकी कहंदे ने ना बई सतगुरु ने बाणी नू बुलवाया सी, लोकां कोल मंगवाई सी, गलत कहंदे ने। बाणी गुरु नानक सतगुरु सांभ के रखदे सी, वो बाणी गुरु अंगद देव जी महाराज नू देते, ते गुरु अंगद देव जी महाराज ने इसके सबूत छोड़े ने। आप बाणी का सहज पाठ कर दो, जे नहीं करते तो करिया करो। माज की वार दे सलोक आउंदा गुरु अंगद देव जी महाराज का। पहले पातशाह का सलोक है, पवन गुरु पानी पिता माता धरत महत, दिवस रात दोए दाई दाया खेले सगल जगत, चंगियाइयां बुरियाइयां वाचै धर्म हदूर, करमी आपो अपनी के नेड़े के दूर, जिन्नी नाम ध्याया
ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਸਵਾਲ ਬਣਦਾ ਹੈ, ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੋਰ ਬਚਨ ਨਹੀਂ ਲਿਖਿਆ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਉਂ ਲਿਖਿਆ? ਕਿ ਹੋਰ ਤੋਂ ਬਿਨਾ ਪਹਿਲੇ ਪਾਤਸ਼ਾਹ ਦਾ ਇਹ ਸ਼ਲੋਕ ਪੂਰਾ ਨਹੀਂ ਸੀ। ਕਿਉਂ ਲੋੜ ਪੈ ਗਈ? ਜਦੋਂ ਪਹਿਲੇ ਪਾਤਸ਼ਾਹ ਨੇ ਨਹੀਂ ਲਿਖਿਆ ਤਾਂ ਦੂਜੇ ਪਾਤਸ਼ਾਹ ਓਵਰਟੇਕ ਕਰ ਰਹੇ ਨੇ। ਲੋਕੀ ਕਹਿੰਦੇ ਨੇ ਇਸ ਤਰ੍ਹਾਂ, ਅੱਗੇ ਵਧ ਰਹੇ ਨੇ। ਸਤਿਗੁਰੂ ਦੇ ਚੋਂ ਕੋਈ, ਆਪਣੇ ਪਹਿਲੇ ਪਾਤਸ਼ਾਹ ਦੇ ਚੋਂ ਕੋਈ ਗਲਤੀ ਲੱਭ ਰਹੇ ਨੇ। ਉਹਨਾਂ ਨੇ ਹੋਰ ਨਹੀਂ ਲਿਖਿਆ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਉਂ ਲਿਖਿਆ ਹੋਰ? ਇਹ ਹੋਰ ਲਿਖ ਕੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚਾ ਪਾਤਸ਼ਾਹ ਕਹਿ ਰਹੇ ਨੇ, ਇਹ ਸਾਰੀ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮੇਰੇ ਕੋਲ ਹੈ। ਮੇਰਾ ਖਸਮ ਮੈਨੂੰ ਇਹ ਬਾਣੀ ਦੇ ਕੇ ਗਿਆ ਹੈ। ਤੁਸੀਂ ਸੂਹੀ ਕੀ ਵਾਰ ਪੜੋ ਨਾ, ਇਸ ਦੇ 2 ਸ਼ਲੋਕ ਆਉਂਦੇ ਨੇ ਉੱਪਰ ਥੱਲੇ। ਪਹਿਲੇ ਪਾਤਸ਼ਾਹ ਦਾ ਸ਼ਲੋਕ ਹੈ, ਸ਼ਲੋਕ ਮਹਿਲਾ ਪਹਿਲਾ। ਪਹਿਲ ਬਸੰਤੇ ਆਗਮਨ, ਪਹਿਲਾ ਮੋਲਿਓ ਸੋਏ, ਜਿਨ ਮੋਲਿਆ ਸਭ ਮੋਲਿਆ, ਤਿਸੇ ਨ ਮੋਲਿਓ ਕੋਏ। ਮਹਿਲਾ ਦੂਜਾ, ਪਹਿਲ ਬਸੰਤੇ ਆਗਮਨ, ਤਿਸਕਾ ਕਰੋ ਵਿਚਾਰ, ਨਾਨਕ ਸੋਸਾ ਲਾਈਏ ਜੇ ਸਭਸੇ ਦੇ ਆਧਾਰ। ਹੁਣ ਪਹਿਲੇ ਪਾਤਸ਼ਾਹ ਨੇ ਨਹੀਂ ਲਿਖਿਆ ਤਿਸਕਾ ਕਰੋ ਵਿਚਾਰ, ਦੂਜੇ ਪਾਤਸ਼ਾਹ ਨੇ ਕਿਉਂ ਲਿਖ ਦਿੱਤਾ ਤਿਸਕਾ ਕਰੋ ਵਿਚਾਰ? ਪਹਿਲੇ ਪਾਤਸ਼ਾਹ ਤੋਂ ਕਦਮ ਅੱਗੇ ਰੱਖ ਰਹੇ ਨੇ ਦੂਜੇ ਪਾਤਸ਼ਾਹ, ਕਿ ਕਮੀ ਲੱਭ ਰਹੇ ਨੇ? ਕਮੀ ਨਹੀਂ ਲੱਭ ਰਹੇ, ਇਤਿਹਾਸਕ ਸਬੂਤ ਦੇ ਰਹੇ ਨੇ। ਮੇਰਾ ਖਸਮ ਮੈਨੂੰ ਬਾਣੀ ਦੇ ਕੇ ਗਿਆ ਹੈ। ਇਹ ਬਾਣੀ ਦੂਜੇ ਤੀਜੇ ਚੌਥੇ ਕੋਲ ਨਹੀਂ ਪਈ, ਸਾਰੀ ਬਾਣੀ ਮੇਰੇ ਕੋਲ ਪਈ ਹੈ। ਤੀਜੇ ਪਾਤਸ਼ਾਹ ਕੋਲ ਜਦੋਂ ਬਾਣੀ ਆਈ, ਗੁਰਿਆਈ ਮਿਲੀ, ਬਾਣੀ ਦੇ ਦਿੱਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੇ ਸ਼ਲੋਕ, ਤੇ ਪਹਿਲੇ ਪਾਤਸ਼ਾਹ ਭਗਤਾਂ ਦੀ ਸਾਰੀ ਬਾਣੀ ਦੇ ਦਿੱਤੀ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਜਦੋਂ ਉਸ ਦੇ ਵਿੱਚ ਆਪਣਾ ਸਬੂਤ ਛੱਡੇ ਨੇ, ਤੁਸੀਂ ਸ਼ਲੋਕ ਵਾਰਾਂ ਤੇ ਵਧੇਕ ਪੜ੍ਹਦੇ ਹੋ ਨਾ, ਪਹਿਲੇ ਪਾਤਸ਼ਾਹ ਦੇ ਸ਼ਲੋਕਾਂ ਤੋਂ ਬਾਅਦ ਤੀਜੇ ਪਾਤਸ਼ਾਹ ਦੇ ਸ਼ਲੋਕ ਤਾਂ ਹੈ ਨਹੀਂ, ਪਰ ਪਹਿਲੇ ਪਾਤਸ਼ਾਹ ਦੇ ਸ਼ਲੋਕ ਦੇ ਨਾਲ ਮਿਲਦਾ ਹੋਇਆ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਸ਼ਲੋਕ ਹੈ, ਉਹ ਹੈ ਲਾਹੌਰ ਸੈਰ ਜ਼ਹਿਰ ਕਹਿਰ ਸਵਾ ਪਹਿਰ। ਲਾਹੌਰ ਇੱਕ ਐਸਾ ਸ਼ਹਿਰ ਹੈ ਜਿੱਥੇ ਸਵਾ ਪੈਰ ਤੋਂ ਸੁਬਹ ਤੋਂ ਹੀ ਜ਼ਹਿਰ ਕਹਿਰ ਚੀਖ ਪੁਕਾਰ ਜ਼ਬਾ ਇਹ ਹੋ ਰਹੇ ਨੇ। ਪਰ ਉਸੇ ਲਾਹੌਰ ਦੇ ਵਿੱਚ ਬਾਬਾ ਜੇਠਾ ਜੀ ਦਾ ਪ੍ਰਕਾਸ਼ ਜਦੋਂ ਹੋਇਆ ਤਾਂ ਇਸੇ ਸ਼ਲੋਕ ਦੇ ਨਾਲ ਲਿਖਿਆ ਹੋਇਆ ਹੈ, ਮਹਿਲਾ ਤੀਜਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਤੇ ਤੁਸੀਂ ਹੈਰਾਨ ਹੋਵੋਗੇ, ਇਤਿਹਾਸਕ ਤੌਰ ਉਤੇ ਉਦੋਂ ਅੰਮ੍ਰਿਤਸਰ ਨਹੀਂ ਸੀ ਬਣਿਆ, ਵਜੂਦ ਦੇ ਵਿੱਚ ਹੀ ਨਹੀਂ ਸੀ। ਤੀਜੇ ਪਾਤਸ਼ਾਹ ਕਹਿ ਰਹੇ ਨੇ, ਜਿਹੜਾ ਲਾਹੌਰ ਕਿਸੇ ਵਕਤ ਜ਼ਹਿਰ ਕਹਿਰ ਸੀ, ਬਾਬਾ ਜੇਠਾ ਜੀ ਗੁਰੂ ਰਾਮਦਾਸ ਸਤਿਗੁਰੂ ਜੀ ਦੇ ਪ੍ਰਕਾਸ਼ ਕਰਕੇ ਹੁਣ ਉਹ ਸਿਫਤੀ ਦਾ ਘਰ ਬਣ ਗਿਆ ਹੈ ਤੇ ਅੰਮ੍ਰਿਤ ਦਾ ਸਰੋਵਰ ਬਣ ਗਿਆ ਹੈ। ਇਹ ਸਬੂਤ ਛੱਡੇ ਨੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਪਹਿਲੇ ਪਾਤਸ਼ਾਹ ਦੇ ਸ਼ਲੋਕ ਦੇ ਨਾਲ। ਇਸੇ ਤਰ੍ਹਾਂ ਬਾਣੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਸੰਭਾਲ ਕੇ ਰੱਖਦੇ ਸੀ, ਬੜੀ ਗੰਭੀਰਤਾ ਨਾਲ ਇਸ ਨੂੰ ਸੁਣਨਾ। ਜੋ ਕੁਝ ਅਸੀਂ ਸੁਣ ਲੈਨੇ ਆ ਨਾ, ਸਾਨੂੰ ਪਤਾ ਨਹੀਂ ਚੱਲਦਾ, ਲੇਕਿਨ ਬੜਾ ਇਤਿਹਾਸ ਸਾਨੂੰ ਆਪ ਸਮਝ ਆਏਗੀ ਤਾਂ ਬੱਚਿਆਂ ਨੂੰ ਅਸੀਂ ਸਿਖਾ ਸਕਾਂਗੇ। ਆਮ ਤੌਰ ਤੇ ਇੱਕ ਪ੍ਰਚਲਿਤ ਚੀਜ਼ ਹੈ, ਮੈਂ ਆਪ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ, ਪ੍ਰਚਲਿਤ ਹੋਣਾ ਹੋਰ ਗੱਲ ਹੈ, ਸੱਚ ਹੋਣਾ ਹੋਰ ਗੱਲ ਹੈ। ਜੇ ਪ੍ਰਚਲਿਤ ਦੇ ਵਿੱਚ ਸੱਚ ਅਲੱਗ-ਅਲੱਗ ਹੈ ਤਾਂ ਪ੍ਰਚਲਿਤ ਨੂੰ ਛੋੜਨ ਦੀ ਹਿੰਮਤ ਕਰੇ ਸਿੱਖ, ਜੋ ਸੱਚ ਹੈ ਉਸ ਨੂੰ ਵੇਖੇ।
ਆਮ ਤੌਰ ਤੇ ਕਿਹਾ ਜਾਂਦਾ ਹੈ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਪੋਥੀਆਂ ਰੱਖ ਕੇ ਭੁੱਲ ਜਾਂਦੇ ਸੀ ਜਾਂ ਵਿਸਰ ਜਾਂਦੇ ਸੀ। ਜਦੋਂ ਗੁਰਿਆਈ ਦਿੱਤੀ ਚੌਥੇ ਪਾਤਸ਼ਾਹ ਨੂੰ ਤਾਂ ਉਹਨਾਂ ਦੇ ਬੇਟੇ ਨਾਰਾਜ਼ ਹੋ ਕੇ, ਬੜੀ ਧਿਆਨ ਨਾਲ ਸੁਣਨਾ, ਉਹਨਾਂ ਦੇ ਬੇਟੇ ਨਾਰਾਜ਼ ਹੋ ਗਏ ਸੀ ਤੇ ਉਹਨਾਂ ਦੇ ਚੋਂ ਵੱਡੇ ਬੇਟੇ ਬਾਬਾ ਮੋਹਨ ਜੀ ਚੁਬਾਰੇ ਤੇ ਚਲੇ ਗਏ ਸੀ ਪੋਥੀਆਂ ਲੈ ਕੇ। ਹੁਣ ਗੋਇੰਦਵਾਲ ਸਾਹਿਬ ਤੁਸੀਂ ਜਾਓ ਤਾਂ ਚੁਬਾਰਾ ਵੀ ਬਣਿਆ ਹੋਇਆ ਹੈ, ਸ਼ਬਦ ਵੀ ਲਿਖਿਆ ਹੋਇਆ ਹੈ, ਮੋਹਨ ਤੇਰੇ ਮੰਦਰ ऊंचे मंदिर महल अपारा, है ना। ये प्रचलित है, ये प्रचलित है। मैं आपको एक गवाही देनी चाहना, बड़े ध्यान नाल तुसीं सुनना। भाई साहब गुरदास जी बाबा मोहन जी ते मोरी जी दे फर्स्ट कजन ब्रदर सन, चाचे ताए दे बच्चे सन। भाई गुरदास जी गुरु अमरदास साहब पातशाह दे भतीजे सन। भाई गुरदास जी दे सामने सब कुछ वरत रहा से। बड़ी गंभीरता चाहिए है सुनने वास्ते। भाई साहब गुरदास जी दे सामने सब कुछ सी, चूंकि घर दे बंदे सन। प्रचलित है जो बाबा मोहन जी जेड़े सन वो पोथियां लैके चले गए सी, यही है ना। लेकिन गवाही कित्थों लवांगे असी। भाई साहब गुरदास जी कहते ने मोहन जी चौबारे ते गए ही नहीं, चौबारे ते गए सी मोरी जी। मोहन जी ते झल्ले हो गई सी। ये शब्दावली मेरी नहीं है, भाई साहब गुरदास जी दी है। भाई साहब गुरदास जी कहते ने मोहन कमला होया, मोरी चौबारा मनाया। ध्यान नाल सुन रहे हो ना। भाई साहब गुरदास जी आई विटनेस हैं, चश्मदीद गवाह हैं। इक्को वेड़े दे च रह रहे ने, इक्को परिवार दे हैं। ते भाई साहब गुरदास जी कह रहे ने मोहन जी तां कमले हो गए ते चौबारे ते नाराज होके चढ़िया सी मोरी जी। मैं फिर पंक्ति दोहरा दिया, मोहन कमला होया, मोरी चौबारा मनाया। मोहन जी तो चौबारे ते गए नहीं सी ते असी हुण तक उतरन नहीं देंदे, उत्ते बिठा के रखिया होया। दूजी गवाही गुरु ग्रंथ साहब जी महाराज दी है। सद पढ़ दियो ना। गुरु अमरदास साहब पातशाह दे बेटे बाबा मोरी जी, बाबा मोरी जी दे बेटे बाबा आनंद जी, बाबा आनंद जी दे बेटे बाबा सुंदर जी। ते बाबा सुंदर जी दी जेड़ी बाणी है सद रामकली राग दे विच, उस दे चो अपने दादे दे बारे कहंदे ने, मोरी पुत सन्मुख होवा रामदासे पैरी पाए जियो। मोरी पुत नाराज होके मोरी चौबारे ते गया सी। मोहन जी तक गए नहीं पर असी उतरन नहीं देंदे। मैं आपनू ये बेनती करनी चाहना, सतगुरु सचा पातशाह उत्ते असी जाने अनजाने कई तरह दीयां गल्लां कर जांदे हां कि गुरु पातशाह अपनी बाणी नूं लिख के एवं छोड़ जाते सी। नहीं, बहुत संभाल के रखते से। बहुत एक बड़ी वड्डी गल है। गुरु अमरदास साहब पातशाह ने ओही बाणी बाबा जेठा जी नूं गुरियाई दे के जदों दे दिती, फिर ओही बाणी दा स्वरूप गुरु अर्जन देव जी महाराज को आया। हुण एक गल होर समझण जैसी है, ज़्यादा समा नहीं लैंदा। एक गल बड़ी गंभीरता नाल समझण जैसी है। मक्खी उत्ते मक्खी मारन दी साडी बड़ी आदत है। असी कहने गुरु अर्जन देव जी महाराज ने गुरु ग्रंथ साहब जी महाराज की संपादना की थी।
आप एक भी अखर मिस करोगे तो सारी कड़ी टुट जाएगी। यही कहते ने ना सारे संपादना कीते। आपके शायद ख्याल दे च ना होवे, जदों एक अखर 100, 150, 200 साल तक लगातार इस्तेमाल होंदा रहे ना, फिर अगे आके उसके अर्थ लभे जाते ने, जिस नाले नुकसान होंदा है। संपादना की होंदी है? तुसी कोई अखबार पढ़ो, कोई मैगजीन वेखो, रसाला वेखो, उस दे च जिहड़ा एडिटोरियल बोर्ड होंदा है ना, वो एक संविधानक चेतावनी लिखदा है पिछे। वो कहंदा जिहड़े लेख है ना इस दे च, उस लेख दे लेखक दी उत्ते जिम्मेदारी है, एडिटोरियल बोर्ड दा इस नाले कोई लेना देना नहीं। संपादना इसनूं कहंदे ने। तो की गुरु अर्जन देव जी महाराज ने गुरु ग्रंथ साहब जी महाराज की लोगों के कहने मुताबक संपादना वड्डे वड्डे विद्वान ये अखर का इस्तेमाल करते हैं। मैनू तकलीफ होती है। संपादना जदों कर लई तो की फिर गुरु ग्रंथ साहब जी महाराज की बाणी दे जिस दी बाणी है वो उस दे उत्ते जिम्मेदारी होवेगी, गुरु नानक दे सिद्धांत नाले मेल नहीं खांदी। संपादना दे ये अर्थ होंदे ने। हुण लोकां ने कहना शुरू कर दिता, साडे बड़े नासमझ आदमियां ने, जिन्हां दे चों 2 सिख जिन्हां ने अमेरिका की यूनीवर्सिटी तो PhD लई गुरु ग्रंथ साहब जी महाराज उत्ते डॉक्टरेट की डिग्री लई, उन्हां कहा ये बाणी जिहड़ी है ना इस दे च अमेंडमेंट हुई हुई है, इसकी तब्दीली हुई हुई है, कई चीज़ों दे च घाटा कीता है, कई च वाधा कीता है। ये उन्होंने PhD लई, अकाल तखत ने उन्होंने बुलाया, इत्थे आ भी गए, लेकिन वापस जाके उन्होंने कहा बई साडा इरादा वही है जिस तरह का असी PhD लई है। उसके कसूरवार असी है। जदों एक अखर गलत इस्तेमाल करांगे तो उसके अर्थ बहुत गलत ते दूर तक जाणगे। गुरु अर्जन देव जी महाराज सच्चा पातशाह ने सारे गुरु पातशाह अपनी बाणी आप लिखते सी, आप संभालते सी। 5वें पातशाह तक जदों आई तो अश अश करके कहा सी, प्यो दादे का खोल डिठा खजाना, ता मेरे मन भया निदाना। इसनों कहा पोथी परमेश्वर का थान। तरतीब दिती, पहले पातशाह, तीजे पातशाह, शबद, उसके नाले घर, फिर अष्टपदियाँ, फिर छंत, फिर अखीर च वार, फिर भगतां दी बाणी, पहले चूंकि ज्यादा है कबीर जी दी, नामदेव जी दी, फिर तरतीब दिती, ना कि संपादना की। तरतीब दिती। जदों तरतीब दिती गुरु अर्जन देव जी महाराज ने ते पहला प्रकाश किया, उदों इसका ना ग्रंथ साहब से। जदों बाबा बुढ़ा जी 90 सालों की उम्र के ग्रंथी बनाए। अज तो 100 सालों के कबरां दे च पैर होण ते प्रधानगी ते सकत्तरी नहीं छोड़ते, ते ग्रंथी नूं कहंदे ने, रागी सिंह नूं कहंदे ने 60 साल तो बाद रिटायर हो जाओ, तुसीं क्यों नहीं आउंदे? तुरिया नहीं जाता। 2 आदमियों के मोढे उत्ते हाथ रखते ने, बोलिया नहीं जाता, पर अपनी जिहड़ी है ना वो होमे नहीं छोड़ते। उन्होंने कहते ने तुसी रिटायर हो जाओ, क्योंकि तुसी तनख्वाहदार हो। यह भी एक बड़ी कमाल की गल है। लोग कहते ने असी तो निष्काम हाँ, ये तो कामना वाले हैं। असी ऑनरैरी हाँ, ये पेड है। दुनिया दे च कोई भी निष्काम नहीं होता, कोई भी। हाँ, एक दी कामना पैसे दी ते एक दी कामना हंकार दे खुराक दी। जेड़े निष्काम कीर्तन करते ने, तुसी उन्होंने वेखो कितना एक्साइटेड, कितने बुखार चढ़िया आउंदा है। जो उन्होंने पता चल जाए सानू टाइम नहीं मिलना, वो गुरुद्वारे आना ही छोड़ देंदे ने, लड़ाई कर लेंदे ने। ये निष्काम होया।
निष्काम दे अर्थ हैं जिसकी कोई कामना नहीं, पर कामना है। वो इतनी वड्डी गल नहीं है जो कोई पैसा लै रहा है, पर जिहड़ा हंकार दी खुराक लै रहा है, ईगो नू फीड दे रहा है, वो ज्यादा डेंजरस ते ज्यादा खतरनाक है। 90 सालां दी वडेरी उम्र दे बाबा बुड्ढा जी नू ग्रंथ अखर कह के पंजवें पातशाह ने कहा सी, ते अखर बड़ा प्यारा है, साहिब बुढ़ा। कोई कहंदा किसे नू? गुरु अर्जन देव जी महाराज जैसी रब्बी रूह वो कहते ने, साहिब बुढ़ा खोलो ग्रंथ, लेओ आवाजा सुने सब पंथ। आवाज लो इथों, ते वही आवाजा आया, संतां के कारज आप खलोवा, हर कम करावण आया राम। साहिब बुढ़ा खोलो ग्रंथ। जिन्हां कोल थोड़ी जी ताकत हो जाए, डमरू बजाना आ जाए, मदारी गिरी करनी शुरू आ जाए, दर्जा बदर्जा जमूरे इकट्ठे कर लेंदे ने, ते कोई उच्चा आदमी पीएम उन्हां दी बांह पकड़ के कहंदा एक पासे मैं वो इलैक्शन जित जावांगा, पर कुछ नहीं होता, कुछ नहीं होता। पता नहीं उन्होंने इस गल का पता है या नहीं। किसी कीर्तनिया ये कहना रक्षे चला लो, तो आप हुण रक्षा चलान जोगे नहीं रहंदे। फिर तो ख्याल किया कदे? एक कमाल है अपने आप दे। कोई इन्हां नाले इन्हां दा गलत इस्तेमाल ना करे, तो इन्हां दी इज्जत नाले खिलवाड़ा ना करे। क्योंकि जदों कीर्तन करते ने, पता नहीं कितनी कितनी सुरत जुड़ी होती है उस शब्द के नाले, सारी दुनिया विसरी होती है, सब कुछ खत्म होया होंदा। उन्होंने इको ही गल लगता है बई ये सुर ताल शब्द खुबे होंदे ने। वो इस वास्ते गुरु अर्जन देव जी महाराज ने कहा सी, साहिब बुढ़ा खोलो ग्रंथ, लेओ आवाजा सुने सब पंथ। उस वक्त एक ग्रंथ से, इस ग्रंथ नू दा जेड़ा सी वो कोई आदमी कैप्चर कर सकता है, कब्जा कर सकता है। धीरमल ने कर लिया सी ना, पर की धीरमल दी की हैसियत सी? कर लिया सी ना उसने। ग्रंथ साहब उत्ते कब्जा करके भी धीरमल ने अपने मसंद शिया मसंद नू बंदूक दे के कहा सी, ए जेड़ा त्यागा है ना, जेड़ा गुरु बनन लगे है, इसनू गोली मार दे। सतगुरु गुरु तेग बहादुर सचे पातशाह ते गोली चलवाई सी शिया मसंद ने धीरमल दे कहण उत्ते। हालांकि ग्रंथ उसके कब्जे ही सी। हुण लोकां ने ग्रंथ कब्जे च कीते हुए ने। कहंदे ने एक हाल बना लो, पालकी बना लो, पैसे नाल सब कुछ हो जाता है। स्टेज बना लो, माइक लै लो, पैसों नाल होर भी बड़ा कुछ हो जाता है। उन्होंने ये नहीं पता ये धीरमल कोलों भी गुरु ग्रंथ साहब जी महाराज सी, पर गुरु ग्रंथ साहब जी महाराज दे नाल जुड़ना वो की है? शब्द नाले जुड़ना। जदों गुरु ग्रंथ साहब जी महाराज धीरमल दे कब्जे सी, ते 10वें पातशाह ने दमदमा साहब दे च मंगाया, ते वंगार पा के कहा गुरु बनया फिरदा है। गुरु बाणी मंगदे नहीं, उचारदे ने। गुरु नानक ने बाणी मंगी नहीं सी। दूजे तीजे चौथे पंजवें पातशाह ने बाणी मंगी नहीं सी, उचारी सी। जे तू 10वीं जोत उसदी है तो उचार ले। दमदमा साहब बैठ के गुरु गोबिंद सिंह जी महाराज ने बाणी उचारण की थी। भाई मनी सिंह जी, बाबा दीप सिंह जी तो लिखवाई। उस बीड़ का नाम ऊपर है दमदमे साहब वाली बीड़।
ਤੁਸੀਂ ਹੁਣ ਜਿਹੜੀ ਬੀੜ ਵੇਖੋਗੇ ਨਾ ਮਹਾਰਾਜ ਦਾ ਸਰੂਪ, ਇਸ ਦੇ ਵਿਚਕਾਰ ਸਭ ਤੋਂ ਪਹਿਲੇ ਇੱਕ ਮੋਰ ਹੈ, ਉਸ ਦੇ ਉੱਤੇ ਲਿਖਿਆ ਹੋਇਆ ਹੈ ਦਮਦਮਾ ਸਾਹਿਬ ਵਾਲੀ ਬੀੜ। ਇਹੀ ਬੀੜ ਦੇ ਉਤਾਰੇ ਹੁੰਦੇ ਰਹੇ। ਇਸੇ ਹੀ ਸਰੂਪ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚਾ ਪਾਤਸ਼ਾਹ ਨਾਂਦੇੜ ਲੈ ਕੇ ਗਏ। ਇਸੇ ਹੀ ਸਰੂਪ ਨੂੰ ਗੁਰਿਆਈ ਦਿੱਤੀ। ਉਦੋਂ ਇੱਕ ਹੁਕਮ ਜਾਰੀ ਕਰ ਦਿੱਤਾ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮੈਂ ਇੱਕ ਟੈਕਨੀਕਲ ਗੱਲ ਕਹਿ ਕੇ ਸਮਾਪਤੀ ਕਰਦਾ। ਤਖਤ ਉਹ ਹੈ ਜਿੱਥੋਂ ਹੁਕਮ ਜਾਰੀ ਹੋਵੇ। ਨਨਕਾਣਾ ਸਾਹਿਬ ਪਹਿਲਾ ਗੁਰਦੁਆਰਾ ਹੈ, ਉਹਨੂੰ ਤਖਤ ਨਹੀਂ ਕਹਿੰਦੇ। ਫੇਰ ਵਸਾਇਆ ਫੇਰਵਾਨ ਸਤਿਗੁਰ ਖਾਡੂਰ, ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਅਸੀਂ ਉਸ ਨੂੰ ਤਖਤ ਨਹੀਂ ਕਹਿੰਦੇ। ਪਹਿਲਾ ਹੁਕਮ ਜਾਰੀ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ, ਇਸ ਵਾਸਤੇ ਉਸ ਦਾ ਨਾਂ ਤਖਤ ਹੈ। ਫਿਰ ਹੁਕਮ ਜਾਰੀ ਹੋਇਆ ਸੀ ਕੇਸਗੜ੍ਹ ਸਾਹਿਬ ਤੋਂ, ਇਸ ਵਾਸਤੇ ਉਸ ਦਾ ਨਾਂ ਤਖਤ ਹੈ। ਜਿੱਥੋਂ ਹੁਕਮ ਜਾਰੀ ਹੁੰਦੇ ਨੇ ਉੱਥੋਂ ਤਖਤ ਹੁੰਦਾ ਹੈ। ਹਜ਼ੂਰ ਸਾਹਿਬ ਦੇ ਹੁਕਮ ਜਾਰੀ ਹੋਇਆ ਸੀ, ਉਹ ਤਖਤ ਹੈ। ਇਸੇ ਤਰ੍ਹਾਂ ਸ਼ਹੀਦ ਤੇ ਮਰਨਾ ਇੱਕ ਦੋ ਅਲੱਗ-ਅਲੱਗ ਚੀਜ਼ਾਂ ਹਨ। ਇਹ 84 ਦਾ ਕਾਂਡ ਹੋਇਆ ਨਾ, ਹੁਣ ਨਵੰਬਰ ਦੇ ਇੱਕ ਦਿਨ ਹੀ ਸਨ ਨਾ ਜਦੋਂ ਹੋ ਰਿਹਾ ਸੀ। ਮੇਰੇ ਪਰਿਵਾਰ ਦੇ 25 ਜੀ ਕਤਲ ਹੋਏ ਸੀ ਦਿੱਲੀ ਦੇ ਵਿੱਚ। ਮੇਰੀ ਭੈਣ ਦੇ 17 ਜੀ ਇੱਕੋ ਹੀ ਘਰ ਦੇ ਵਿੱਚ ਕਤਲ ਕਰ ਦਿੱਤੇ ਗਏ ਸੀ। ਉਹਨਾਂ ਦਿਨਾਂ ਦੇ ਵਿੱਚ ਇੱਕ ਮੂਵੀ ਆਈ ਸੀ ਉੱਚਾ ਦਰ ਬਾਬੇ ਨਾਨਕ ਦਾ, ਉਹ ਮੇਰੇ ਭੈਣੋਈ ਨੇ ਬਣਾਈ ਸੀ। ਮੈਨੂੰ ਉਹ ਜ਼ੋਰ ਪਾਉਂਦੇ ਸੀ ਮੇਰੀ ਭੈਣ, ਬਈ ਅਸੀਂ ਨਕਲੀ ਦਾੜੀ ਵਾਲਾ ਜੋ ਕਰਨਾ ਤੁਸੀਂ ਇਹ ਕੰਮ ਕਰੋ। ਮੈਂ ਕਿ ਨਹੀਂ, ਮੈਂ ਕਥਾ ਕਰਨੀ ਹੈ, ਮੈਂ ਕਥਾ ਕਰਦਾ ਹਾਂ ਤੇ ਕੋਈ ਆ ਕੇ ਉਂਗਲ ਦਾ ਇਸ਼ਾਰਾ ਕਰਕੇ ਕਵੇ ਉਹ ਫਿਲਮਾਂ ਵਾਲਾ ਗਿਆਨੀ ਜੀ ਕਥਾ ਕਰ ਰਹੇ ਨੇ, ਮੈਂ ਇਹ ਨਹੀਂ ਸੁਣਨਾ ਚਾਹੁੰਦਾ। ਕਹਿਣ ਲੱਗੇ ਪੈਸਾ ਉਸ ਨੂੰ ਦੇਵਾਂਗੇ ਤੁਹਾਨੂੰ। ਮੈਂ ਕਿ ਨਹੀਂ, ਮੇਰੀ ਇਹ ਲਾਈਨ ਹੈ, ਮੈਂ ਕਥਾ ਕਰਨੀ ਹੈ। ਮੇਰੇ ਪਰਿਵਾਰ ਦੇ 25 ਜੀ ਕੁੱਲ ਕਤਲ ਹੋਏ। ਜਦੋਂ ਉਹਨਾਂ ਦਾ ਇਹ ਸਮਾਗਮ ਸੀ ਤੇ ਮੈਂ ਕਿਹਾ ਸੀ ਮੈਂ ਇਹਨਾਂ ਨੂੰ ਸ਼ਹੀਦ ਨਹੀਂ ਕਹਿ ਸਕਦਾ, ਸ਼ਹੀਦ ਨਹੀਂ ਕਹਿ ਸਕਦਾ। ਇਹ ਮਰਡਰ ਹੈ, ਕਤਲ ਹੈ, ਜੈਨੋਸਾਈਡ ਹੈ, ਇਹ ਇਸ ਤਰ੍ਹਾਂ ਦਾ ਜ਼ੁਲਮ ਹੈ, ਪਰ ਸ਼ਹੀਦ ਨਹੀਂ। ਸ਼ਹੀਦ ਟੈਕਨੀਕਲੀ ਅਸੀਂ ਉਸ ਨੂੰ ਕਿਹਾ ਹੈ ਜਿਸ ਦੇ ਸਾਹਮਣੇ ਚੋਣ ਹੋਵੇ। ਭਾਈ ਮਤੀ ਦਾਸ ਜੀ ਨੂੰ ਚੋਣ ਕੀਤੀ ਸੀ, ਛੱਡ ਦੇ ਇਸ ਗੁਰੂ ਦਾ ਸਾਥ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੇ ਚੋਣ ਰੱਖੀ ਸੀ ਜਹਾਂਗੀਰ ਨੇ, ਸਾਹਿਬਜ਼ਾਦਿਆਂ ਦੇ ਅੱਗੇ ਚੋਣ ਰੱਖੀ ਸੀ। ਜਿਹੜਾ ਫਿਰ ਵੀ ਚੁਣੇ ਮੌਤ ਨੂੰ, ਆਪਣੇ ਅਸੂਲ ਉੱਤੇ ਦ੍ਰਿੜ ਰਵੇ, ਉਸ ਨੂੰ ਅਸੀਂ ਸ਼ਹੀਦ ਕਿਹਾ ਹੈ, ਵਰਨਾ ਮੌਤ ਹੈ। ਮੈਂ ਕਈ ਵਾਰੀ ਸੋਚਦਾ 84 ਦੇ ਵਕਤ ਜੇ ਇਸ ਤਰ੍ਹਾਂ ਲੋਕਾਂ ਨੂੰ ਕਹਿੰਦੇ ਸਿੱਖੀ ਰੱਖਣੀ ਹੈ ਜਾਂ ਜੀਵਨ ਬਚਾਉਣਾ ਹੈ, ਉਹਨਾਂ ਨੇ 99% ਤੋਂ ਜ਼ਿਆਦਾ ਆਦਮੀਆਂ ਨੇ ਕਹਿ ਦੇਣਾ ਸੀ ਅਸੀਂ ਕੀ ਲੈਣਾ ਸਿੱਖੀ ਤੋਂ। ਇਸ ਵਾਸਤੇ ਸ਼ਹੀਦ ਨਹੀਂ, ਉਹਨਾਂ ਦਾ ਮਰਡਰ ਹੋਇਆ ਹੈ, ਕਤਲ ਹੋਇਆ ਹੈ, ਜ਼ੁਲਮ ਹੋਇਆ ਹੈ, ਲੇਕਿਨ ਸ਼ਹੀਦ ਬਹੁਤ ਵੱਡਾ ਦਰਜਾ ਹੈ। ਇਸੇ ਤਰ੍ਹਾਂ ਤਖਤ ਬਹੁਤ ਉੱਚੀ ਜਗ੍ਹਾ ਹੈ। ਹਰ ਗੁਰਦੁਆਰਾ ਅਸੀਂ ਤਖਤ ਨਹੀਂ ਕਿਹਾ, ਨਨਕਾਣਾ ਸਾਹਿਬ ਨੂੰ ਤਖਤ ਨਹੀਂ ਕਿਹਾ, ਕਿਉਂਕਿ ਹਜ਼ੂਰ ਸਾਹਿਬ ਦੇ ਵਿੱਚ ਇਹ ਹੁਕਮ ਜਾਰੀ ਹੋਇਆ ਸੀ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਿਆਈ ਪੁਰਬ, ਇਹ ਇਤਿਹਾਸਕ ਪਹਿਲੂ ਹੈ। ਮੈਂ ਬਹੁਤਾ ਨਹੀਂ ਕਹਿ ਸਕਿਆ, ਬੜਾ ਕੁਝ ਕਹਿਣ ਵਾਲਾ ਹੈ, ਮਹੀਨੋਂ ਮਹੀਨੇ ਉਸ ਉੱਤੇ ਕਹਿਣ ਵਾਸਤੇ ਚਾਹੀਦਾ ਹੈ, ਪਰ ਇਤਨੀ ਬੇਨਤੀ ਕਰਨੀ ਚਾਹਾਂਗਾ, ਸਾਨੂੰ ਫਖਰ ਹੋਣਾ ਚਾਹੀਦਾ ਹੈ। ਸਾਡੇ ਗੁਰੂ ਪਾਤਸ਼ਾਹ ਨੇ ਬਾਣੀ ਆਪ ਉਚਾਰਨ ਕੀਤੀ, ਆਪ ਲਿਖੀ, ਇਸ ਦੇ 'ਚ ਕੋਈ ਤਬਦੀਲੀ ਨਹੀਂ, ਕੋਈ ਅਮੈਂਡਮੈਂਟ ਨਹੀਂ, ਇਸ ਦੇ 'ਚ ਕੋਈ ਉਣਤਾਈ ਨਹੀਂ। ਇਹ ਬਾਣੀ ਸੰਪੂਰਨ ਹੈ ਤੇ ਇਸ ਦੇ ਬਾਰੇ ਜੋ ਰੂਹਾਨੀ ਪਹਿਲੂ ਹੈ ਉਹ ਸਾਨੂੰ ਸਮਝਣ ਵਾਸਤੇ ਦਾਸ ਆਪ ਨੂੰ ਕੱਲ ਕਵੇਗਾ, ਤਾਂ ਕਿ ਪਤਾ ਚੱਲ ਸਕੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ,
आनंद करे नर नारी, हर हर प्रभ कृपा धारी, संतो सुख होवा सब थाई। पार ब्रह्म पूरन परमेश्वर रवरिया, सबनी जाई क्यों धुर की बाणी आई। सारे पढ़ो ये बचन। धुर की बाणी आई, तिन सगली चिंत मिटाई, दयाल पुरख मेहरबाना, हर नानक साच वखाना। ये सच का वख्यान करके पंजवें पातशाह कहते ने, मैं कह रहा ये धुरों बाणी आई है। बाणी गुरु नूं आउंदी सी, रबाब मरदाना जी छेड़ते सन। आप गुणी पुरख हो, मेरे सामने बैठे हुए सुर दे, ताल दे, कीर्तन दे धनी हैं। मेरे मन दे इन्हां दा बहुत सत्कार है। गुरु बख्शिश करे सानू सिੱਖੀ सिद्धांतां दा पता होवे, बारीकी नाल पता होवे, ताकि असी गुरु पातशाह नाले जुड़ते जाइए। इतने बचन प्रवान करना। कल दे वक़्त दे गुरु ग्रंथ साहब जी महाराज की जो रूहानी पहलू है उस उत्ते थोड़ी जी विचार होवेगी। आपने टिक के बैठ के सुनिया है। दास आप दा ऋणी है। भुलां चुकां दी खिमा। मैं गरीब की झोली दे अपनियां असीसां दी खैर पाउंदे हुए सारे गजवज के फतेह बुलाओ जी। वाहिगुरू जी का खालसा, वाहिगुरू जी की फतेह। बहुत बहुत धन्यवाद। अत सत्कारयोग पंथ के महान विद्वान ज्ञानी हरिंदर सिंह जी अलवर वाले, जिन्हों ने बड़ी वजद में आके और बड़ी सहज अवस्था में आप जी को उस मालक के उपदेश नाल जोड़ना किया है। सो समूह संगतां वालों, मैनेजमेंट कमेटी वालों, गुरु के कीर्तनियां वालों ज्ञानी जी का तह दिलों धन्यवाद किया जाता है। और आस करते हैं जो जो उपदेश उन्होंने सानू दृढ़ कराया अपने जीवन का आधार बनाने का यतन करिए। सो इन्हां दा दीवान जिहड़ा कल दा समा